ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 24ਵੀਂ ਤੇ ਪਦ ਤੀਜਾ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ ਤੇ ਇੰਨਾ ਸਿਆਣਾ ਨਹੀਂ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਸਮਝ ਸਕੇ। ਜਿੰਨੀ ਪ੍ਰੀਤਮ ਪਿਆਰੇ ਕਿਰਪਾ ਕਰਦੇ ਹਨ, ਉਹਨਾਂ ਪ੍ਰਾਣੀ ਬੋਲਦਾ ਹੈ, ਉਹਨਾਂ ਵਿਚਾਰਦਾ ਹੈ ਤੇ ਉਹਨਾਂ ਹੀ ਸੁਣਦਾ ਹੈ। ਇਹ ਮਿੱਟੀ ਦਾ ਪੁਤਲਾ ਆਪਣੇ ਆਪ ਵਿੱਚ ਕੁਝ ਵੀ ਨਹੀਂ ਹੈ। ਜਿਸ ਤਰ੍ਹਾਂ ਸੁਆਮੀ ਚਲਾਉਂਦੇ ਹਨ, ਉਸ ਤਰ੍ਹਾਂ ਇਹ ਚੱਲਦਾ ਹੈ ਉਹਦੀ ਮਿਹਰ ਦੇ ਨਾਲ। ਸੁਖਮਨੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੱਚੇ ਪਾਤਸ਼ਾਹ ਨੇ ਸੁੱਖਾਂ ਦੀ ਮਣੀ, ਸੁੱਖਾਂ ਦਾ ਖਜ਼ਾਨਾ, ਆਨੰਦ ਦਾ ਸਾਗਰ, ਅੰਮ੍ਰਿਤ ਹੈ, ਆਬੇ ਹਯਾਤ ਹੈ, ਜਿਹਨੂੰ ਪੀ ਕੇ ਪ੍ਰਾਣੀ ਮੋਕਸ਼ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਦੇ ਵਿੱਚੋਂ ਜੁਦਾ ਹੋਇਆ ਪ੍ਰਭੂ ਦੇ ਵਿੱਚ ਸਮੋ ਜਾਂਦਾ ਹੈ ਤੇ ਉਹਦਾ ਰੂਪ ਬਣ ਜਾਂਦਾ ਹੈ। 24 ਅਸ਼ਟਪਦੀਆਂ ਹਨ, 24,000 ਅੱਖਰ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। ਇੱਕ ਅਸ਼ਟਪਦੀ ਦੇ ਤਕਰੀਬਨ 1,000 ਅੱਖਰ ਹਨ। ਦੂਸਰੇ ਪਾਸੇ ਸਮਾਂ ਹੈ, ਸੁਵਾਸ ਹੈ, ਛਿਨ ਹੈ, ਪਲ ਹੈ, ਜਿਹਨੂੰ ਅਸੀਂ ਸੈਕਿੰਡ ਵੀ ਕਹਿ ਦਿੰਦੇ ਹਾਂ। ਫਿਰ ਮਿੰਟ ਹਨ, ਫਿਰ ਘੰਟੇ ਹਨ, ਫਿਰ ਦਿਨ ਹੈ, ਫਿਰ ਰਾਤ ਹੈ। 24 ਘੰਟੇ ਹਨ। 24 ਘੰਟਿਆਂ ਦੇ ਵਿੱਚ 8 ਪਹਿਰ ਹਨ। 3 ਘੜੀਆਂ ਤੋਂ ਬਣਿਆ ਹੋਇਆ ਇੱਕ ਪਹਿਰ। ਇਹ ਸਮਾਂ ਹੈ। ਤੀਜਾ ਪ੍ਰਾਣੀ ਹੈ, ਇਨਸਾਨ ਹੈ, ਪ੍ਰਭੂ ਦਾ ਬਣਾਇਆ ਹੋਇਆ, ਪ੍ਰਭੂ ਦਾ ਰਚਿਆ ਹੋਇਆ, ਸੁਆਸਾਂ ਦੇ ਨਾਲ ਜੀਵਨ ਜੀ ਰਿਹਾ ਹੈ। 24,000 ਸੁਆਸ ਇੱਕ ਘੰਟੇ ਦੇ ਵਿੱਚ ਪ੍ਰਾਪਤ ਕਰਦਾ ਹੈ। ਇੱਕ ਘੰਟੇ ਦੇ ਵਿੱਚ 1,000 ਸੁਆਸ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸਮੇਂ ਤੇ ਪ੍ਰਾਣੀ ਨੂੰ ਪ੍ਰਭੂ ਦੇ ਨਾਲ ਜੋੜਨ ਦਾ ਇੱਕ ਬਹੁਤ ਸੌਖਾ ਸਾਧਨ ਤਰੀਕਾ ਸਮਝਾਇਆ ਹੈ। ਵਿਧੀ ਦੱਸੀ ਹੈ ਕਿ ਜਿਹੜੇ ਸਮੇਂ ਨੂੰ ਤੂੰ ਅਜਾਈਂ ਗਵਾ ਰਿਹਾ ਹੈ, ਉਹਨੂੰ ਸਫਲ ਬਣਾ ਲੈ। ਉਹੀ ਅੰਮ੍ਰਿਤ ਬਣ ਕੇ ਬੌੜੇਗਾ, ਤੈਨੂੰ ਮੋਕਸ਼ ਤੱਕ ਲੈ ਕੇ ਜਾਵੇਗਾ। 24 ਘੰਟੇ ਹਨ, 24 ਅਸ਼ਟਪਦੀਆਂ ਹਨ, 24,000 ਅੱਖਰ ਹਨ, 24,000 ਤੈਨੂੰ ਪ੍ਰਾਣੀ ਸੁਆਸ ਆਉਂਦੇ ਹਨ। 24 ਘੰਟਿਆਂ ਦੇ ਵਿੱਚ 8 ਪਹਿਰ ਹਨ, 8 ਪਦ ਹਨ ਇੱਕ ਅਸ਼ਟਪਦੀ ਦੇ। ਬੜਾ ਸੌਖਾ ਹੈ ਭਵਜਲ ਤਰਨਾ ਤੇਰੇ ਲਈ। ਤੂੰ ਹਰ ਸੁਆਸ ਉੱਤੇ ਪ੍ਰੀਤਮ ਪਿਆਰੇ ਦਾ ਨਾਂ ਲਿਖ ਦੇ। ਜਦੋਂ ਵੀ ਸੁਆਸ ਆਪਣੀ ਕਿਰਿਆ ਕਰਦਾ ਹੈ, ਤੇਰੇ ਸਰੀਰ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਵਾਹਿਗੁਰੂ ਵਾਹਿਗੁਰੂ, ਤੇ ਜਦੋਂ ਬਾਹਰ ਨਿਕਲਦਾ ਹੈ, ਤੈਨੂੰ ਜੀਵਨ ਦਾਨ ਦੇ ਕੇ ਫਿਰ ਕਹਿ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਤੇਰਾ ਸੁਭਾਅ ਬਣ ਜਾਵੇਗਾ
ਤੇਰੀ ਰੋਜ਼ ਦੀ ਕਿਰਿਆ ਬਣ ਜਾਵੇਗੀ। ਤੇਰੀ ਬੋਡੀ ਦਾ ਆਟੋ ਸਿਸਟਮ ਹੈ ਜਿਹੜਾ ਇਹਨੂੰ ਅਪਣਾ ਲਵੇਗਾ ਤੇ ਤੂੰ ਆਪਣੇ ਜੀਵਨ ਦੇ ਵਿੱਚ ਗ੍ਰਸਤ ਦੇ ਵਿੱਚ ਰਹਿੰਦਾ ਹੋਇਆ, ਕੰਮ ਧੰਦਾ ਕਰਦਾ ਹੋਇਆ, ਵਿੱਚੇ ਮਾਇਆ ਦੇ ਤੂੰ ਉਹਨੂੰ ਪਾ ਸਕਦਾ ਹੈ। ਇਸ ਤਰ੍ਹਾਂ ਮਾਇਆ ਤੇਰੇ ਉੱਤੇ ਅਸਰ ਨਹੀਂ ਕਰੇਗੀ। ਹੁਣ ਤੂੰ ਜੀਵਨ ਜੀ ਰਿਹਾ ਹੈ ਮਾਇਆ ਦਾ ਦਾਸ ਬਣ ਕੇ, ਪਰ ਫਿਰ ਤੂੰ ਜੀਵਨ ਜੀਵੇਗਾ ਮਾਇਆ ਨੂੰ ਦਾਸਰੀ ਬਣਾ ਕੇ। ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਤੇਰੇ ਸਵਾਸ ਤੈਨੂੰ ਪ੍ਰਭੂ ਦੇ ਨਾਲ ਸੁਮੇਲ ਦੇਣਗੇ, ਜਿਹੜੇ ਤੇਰੀ ਮਰਜ਼ੀ ਨਾਲ ਨਹੀਂ ਆਉਂਦੇ। ਗੁਰੂ ਪਿਆਰਿਆ, ਸਵਾਸ ਤੇਰੇ ਹੱਥ ਵਿੱਚ ਨਹੀਂ ਹਨ। ਇਹਨਾਂ ਨੂੰ ਕੋਈ ਬਾਹਰੀ ਸ਼ਕਤੀ, ਬਾਹਰਾ ਤੇਜ ਤੇਰੇ ਉੱਤੇ ਮਿਹਰ ਕਰਕੇ ਤੈਨੂੰ ਦਿੰਦਾ ਹੈ। ਉਹ ਪ੍ਰਭੂ ਹੈ, ਪ੍ਰੀਤਮ ਹੈ, ਜਿਹਦੇ ਬੇਅੰਤ ਨਾਮ ਹਨ। ਨਾਮਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ। ਹਰ ਕਿਸੇ ਨੇ ਆਪਣੇ ਪਿਆਰ ਨਾਲ ਉਹਦਾ ਨਾਮ ਰੱਖ ਦਿੱਤਾ। ਨਾਮ ਦੇ ਵਿੱਚ ਕੀ ਪਿਆ ਹੈ? ਅਥਾਹ ਸ਼ਕਤੀ ਹੈ ਜਿਹੜੀ ਭਗਤੀ ਨਾਲ ਪ੍ਰਾਪਤ ਹੁੰਦੀ ਹੈ। ਗੁਰੂ ਪਿਆਰਿਆ, ਸੱਚੇ ਪਾਤਸ਼ਾਹ ਨੇ ਤੈਨੂੰ ਮਾਰਗ ਸਮਝਾਇਆ ਹੈ। ਮਾਰਗ ਉੱਤੇ ਚੱਲਣਾ ਤੂੰ ਆਪ ਹੀ ਹੈ। ਆਪਣੇ ਕਾਰਜ ਨੂੰ ਤੂੰ ਆਪ ਸਵਾਰ ਸਕਦਾ ਹੈ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਵਿਸ਼ਾ ਪ੍ਰਭੂ ਦੀ ਆਰਾਧਨਾ ਹੈ। ਪ੍ਰਭੂ ਦਾ ਗੁਣ ਗਾਇਨ ਕੀਤਾ ਹੈ, ਉਹਦਾ ਸੂਖਮਪਣ ਤੇ ਉਹਦਾ ਵਿਸਤਾਰ ਰੂਪ ਬੜੀ ਬਾਖੂਬੀ ਦੇ ਨਾਲ ਸਾਨੂੰ ਦਰਸਾਇਆ ਹੈ। ਦੂਸਰਾ, ਉਹਦੇ ਭਗਤਾਂ ਦਾ, ਉਹਦੇ ਦਾਸਾਂ ਦਾ, ਉਹਦੇ ਸੇਵਕਾਂ ਦਾ ਸੱਚੇ ਪਾਤਸ਼ਾਹ ਨੇ ਬਹੁਤ ਹੀ ਸਰਾਹਣ ਕੀਤਾ ਹੈ। ਉਹਦਾ ਰੂਪ ਹੀ ਬਣ ਜਾਂਦੇ ਹਨ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਚਰਨ ਧੂੜੀ ਲੋੜੀ ਹੈ ਕਿ ਮੈਂ ਉਹਨਾਂ ਦੇ ਚਰਨ ਧੋ ਧੋ ਕੇ ਪੀ ਜਾਵਾਂ। ਮਹਾਨ ਹਨ ਉਹ ਸਾਧੂ ਲੋਕ, ਉਹ ਸੰਤ ਲੋਕ ਜਿਹੜੇ ਜਿਉਂਦੇ ਜਾਗਦੇ ਪਰਮਾਤਮਾ ਦਾ ਰੂਪ ਬਣੇ ਹਨ। ਤੀਸਰੇ, ਉਹ ਲੋਕ ਹਨ ਜਿਹੜੇ ਮਾਇਆ ਦੇ ਵਫਾਦਾਰ ਹਨ, ਮਾਇਆ ਦੇ ਬਹੁਤ ਨਜ਼ਦੀਕ ਹਨ, ਹੰਕਾਰੀ ਹਨ, ਪਦਾਰਥ ਦੇ ਹੰਕਾਰ ਉੱਤੇ ਜੀਂਦੇ ਹਨ। ਫਿਰ ਜਿਹੜੇ ਲੋਕ ਪ੍ਰਭੂ ਦਾ ਨਾਮ ਲੈਂਦੇ ਹਨ, ਪ੍ਰਭੂ ਦਾ ਨਾਮ ਸਿਮਰਦੇ ਹਨ, ਉਹਨਾਂ ਦੇ ਬੈਰੀ ਬਣ ਬੈਠਦੇ ਹਨ, ਉਹਨਾਂ ਨੂੰ ਜਲੀਲ ਕਰਦੇ ਹਨ, ਉਹਨਾਂ ਦੇ ਨਾਮ ਰੱਖਦੇ ਹਨ, ਉਹਨਾਂ ਨੂੰ ਭੰਡਦੇ ਹਨ, ਲਾਚਾਰਾਂ ਨੂੰ, ਗਰੀਬਾਂ ਨੂੰ ਛੱਜ 'ਚ ਪਾ ਕੇ ਛੱਟਦੇ ਹਨ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਢੁਕਵਾਂ ਜਵਾਬ ਦਿੱਤਾ ਹੈ ਕਿ ਤੁਸੀਂ ਇਸ ਧਰਤੀ 'ਤੇ ਨਾ ਹੋਏ ਹੋ, ਤੁਸੀਂ ਆਏ ਹੀ ਨਹੀਂ, ਨਹੀਂ ਤਾਂ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਸੀ। ਤੁਸੀਂ ਪ੍ਰੀਤਮ ਪਿਆਰੇ ਨੂੰ ਭੁੱਲ ਗਏ ਹੋ, ਤੁਸੀਂ ਕੁੜਿਆਰ ਹੋ, ਤੁਸੀਂ ਚੋਰ ਹੋ, ਤੁਸੀਂ ਹਰਾਮ ਖੋਰ ਹੋ, ਤੁਸੀਂ ਹਵਾ ਦੇ ਵਿੱਚ ਲਟਕਦੇ ਹੋਏ ਬਿਨਾਂ ਸਵਾਸਾਂ ਤੋਂ ਮੁਰਦੇ ਹੋ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਹਨਾਂ ਦੇ
ਬਣਦੀ ਢੁਕਦੀ ਥਾਂ ਦਰਸਾਈ ਹੈ। ਤੇ ਨਾਲ ਹੀ ਇੱਕ ਪ੍ਰੀਤਮ ਪਿਆਰੇ ਨੇ ਉਹਨਾਂ ਉੱਤੇ ਅਹਿਸਾਨ ਕੀਤਾ ਹੈ ਕਿ ਠੀਕ ਹੈ, ਤੁਸੀਂ ਉਹਨਾਂ ਭਗਤਾਂ ਨੂੰ, ਉਹਨਾਂ ਦਾਸ ਜਨਾਂ ਨੂੰ ਭੰਡਦੇ ਹੋ, ਪਰ ਤੁਹਾਡਾ ਮੋਕਸ਼ ਉਹਨਾਂ ਵਿੱਚ ਛੁਪਿਆ ਹੋਇਆ ਹੈ। ਜੇ ਪ੍ਰਭੂ ਦਾ ਇੱਕ ਪਿਆਰਾ ਤੁਹਾਡੇ ਉੱਤੇ ਨਜ਼ਰ ਕਰ ਦੇਵੇ, ਤੁਹਾਨੂੰ ਇਹ ਨਰਕ ਦੀ ਜ਼ਿੰਦਗੀ ਵਿੱਚੋਂ ਕੱਢ ਸਕਦਾ ਹੈ। ਪ੍ਰਭੂ ਦਾ ਇੱਕ ਦਾਸ ਤੁਹਾਡਾ ਪਾਰ ਉਤਾਰਾ ਕਰਨ ਦੇ ਲਈ ਸਮਰੱਥ ਹੈ। ਜਾਓ, ਢੂੰਡ ਲਓ ਪ੍ਰਭੂ ਦੇ ਪਿਆਰੇ ਨੂੰ। ਨਰਕ ਜਾਣ ਨਾਲੋਂ ਪ੍ਰਭੂ ਦੇ ਪਿਆਰੇ ਦੀ ਚਰਨ ਛੋਹ ਪ੍ਰਾਪਤ ਕਰ ਲਵੋ। ਗੁਰੂ ਪਿਆਰਿਓ, ਸਾਧੂ, ਸੱਚੇ ਪਾਤਸ਼ਾਹ, ਸੰਤ, ਮਹਾਂਪੁਰਸ਼ ਉਹਨਾਂ ਦੀ ਉਪਮਾ ਇੰਨੀ ਕਰਦੇ ਹਨ ਕਿ ਆਪਣਾ ਆਪ ਵਾਰਨ ਦੇ ਲਈ ਤਿਆਰ ਬਰ ਤਿਆਰ ਹਨ। ਸੱਚੇ ਪਾਤਸ਼ਾਹ ਨੇ ਇਸ ਪਦ ਦੇ ਵਿੱਚ ਵੀ ਆਧਾਰ ਹੈ ਜਿਹੜਾ ਉਹ ਸਾਧੂ ਨੂੰ ਬਣਾਇਆ ਹੈ, ਜਿਹੜਾ ਪ੍ਰਭੂ ਦਾ ਬਖਸ਼ਿਆ ਹੋਇਆ ਪ੍ਰਾਣੀ, ਜਿਹਨੇ ਆਪਣੀ ਘਾਲਣਾ ਘਾਲੀ ਹੈ, ਮਸ਼ੱਕਤ ਕੀਤੀ ਹੈ, ਮਿਹਨਤ ਕੀਤੀ ਹੈ ਤੇ ਉਹਨੂੰ ਪਾ ਲਿਆ ਹੈ। ਇਹ ਮੌਕਾ, ਇਹ ਅਵਸਰ ਪ੍ਰੀਤਮ ਪਿਆਰਾ ਹਰ ਕਿਸੇ ਨੂੰ ਦਿੰਦਾ ਹੈ, ਹਰ ਕਿਸੇ ਉੱਤੇ ਮਿਹਰਬਾਨ ਹੁੰਦਾ ਹੈ, ਵੰਡਣ ਵਾਲਾ ਹੈ, ਵੰਡਦਾ ਹੈ, ਥੱਕਦਾ ਨਹੀਂ। ਇੱਕ ਅਨੁਸਾਰ ਬਰਾਬਰ ਵੰਡੀ ਜਾਂਦਾ ਹੈ। ਜੇ ਕੋਈ ਪ੍ਰਾਪਤ ਨਹੀਂ ਕਰ ਸਕਦਾ ਤਾਂ ਆਪਣੀ ਗਲਤੀ ਕਰਕੇ ਨਹੀਂ, ਆਪਣੇ ਹੰਕਾਰ ਕਰਕੇ ਪ੍ਰਾਪਤ ਨਹੀਂ ਕਰ ਸਕਦਾ। ਜੇ ਤੁਸੀਂ ਗਲੀ ਦੇ ਵਿੱਚ ਤੁਰੇ ਜਾਂਦੇ ਹੋ, ਕੋਈ ਲਾਲ, ਕੋਈ ਜੂਅਲ, ਕੋਈ ਕੀਮਤੀ ਪੱਥਰ ਰਸਤੇ ਵਿੱਚ ਪਿਆ ਹੈ, ਤੁਸੀਂ ਉਹਨੂੰ ਤੱਕ ਲਿਆ ਹੈ, ਇਹ ਸਮਝ ਲਿਆ ਕਿ ਕੰਚ ਦਾ ਟੁਕੜਾ ਹੈ, ਚਮਕਦਾਰ ਕੰਚ ਦਾ ਟੁਕੜਾ ਸਮਝ ਕੇ ਤੁਸੀਂ ਲੰਘ ਗਏ। ਤੁਹਾਡੇ ਪਿੱਛੇ ਜੌਹਰੀ ਸ਼ਰਾਫ ਤੁਰਿਆ ਆ ਰਿਹਾ ਹੈ, ਉਹ ਰੁਕ ਗਿਆ, ਆਪਣੀਆਂ ਉਂਗਲਾਂ ਨਾਲ ਖਰੋਚ ਕੇ ਮਿੱਟੀ 'ਚੋਂ ਚੁੱਕ ਕੇ ਉਸ ਲਾਲ ਨੂੰ ਜੌਹਰੀ ਨੇ ਆਪਣੀ ਜੇਬ ਵਿੱਚ ਪਾ ਲਿਆ। ਉਹਦਾ ਟੈਸਟ ਕਰਵਾਇਆ ਗਿਆ, ਨਿਰੀਖਣ ਹੋਇਆ, ਬਹੁਤ ਵਡਮੁੱਲਾ ਨਿਕਲਿਆ। ਅਫਸਰ ਤੁਹਾਨੂੰ ਵੀ ਮਿਲਿਆ, ਪਰ ਤੁਸੀਂ ਪਰਵਾਹ ਨਹੀਂ ਕੀਤੀ, ਧਿਆਨ ਨਹੀਂ ਕੀਤਾ। ਇਸੇ ਕਰਕੇ ਹੀ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਸੁਣਿਆਂ ਦੀਆਂ ਪੌੜੀਆਂ ਦੇ ਵਿੱਚ ਬਾਰ-ਬਾਰ ਕਹਿੰਦੇ ਹਨ, ਸੁਣੀਏ ਸਿੱਧ ਪੀਰ ਸੁਰਨਾਥ। ਤੁਹਾਨੂੰ ਦੁਆਰਾ ਸੱਚੇ ਪਾਤਸ਼ਾਹ ਸਮਝਾ ਰਹੇ ਹਨ ਕਿ ਸੁਣੋ ਸੁਣੋ। ਕੰਨ ਤਾਂ ਤੁਹਾਡੇ ਸੁਣ ਹੀ ਰਹੇ ਹਨ, ਕਦੇ ਥੱਕਦੇ ਨਹੀਂ। ਅਜੇ ਅੱਖਾਂ ਤਾਂ ਝਮਕਦੇ ਹੋ, ਪਰ ਕੰਨ ਤਾਂ ਕਦੇ ਬੰਦ ਹੀ ਨਹੀਂ ਹੁੰਦੇ। ਸੱਚੇ ਪਾਤਸ਼ਾਹ ਦਾ ਕਹਿਣ ਦਾ ਭਾਵ ਇਹ ਹੈ ਕਿ ਤੁਹਾਡੇ ਕੰਨ ਸੁਣਦੇ ਹਨ, ਪਰ ਕੰਨਾਂ ਦੇ ਨੇੜੇ ਆ ਜਾਓ। ਬਹੁਤ ਸਾਰੀਆਂ ਗੱਲਾਂ ਤੁਸੀਂ ਨਹੀਂ ਸੁਣਦੇ, ਅਣਜਾਣਿਆਂ ਜਾਂ ਜਾਣਿਆਂ ਇਗਨੋਰ ਕਰ ਦਿੰਦੇ ਹੋ। ਪਰ ਪ੍ਰੀਤਮ ਪਿਆਰੇ ਕਹਿੰਦੇ ਹਨ ਕਿ ਗੱਲ ਕੰਮ ਦੀ ਹੈ। ਪ੍ਰਭੂ ਦੇ ਪਿਆਰੇ ਇੱਕੋ ਜਿੰਨਾ ਪਿਆਰ ਕਰਦਾ ਹੈ, ਸਾਰਿਆਂ ਨੂੰ ਮੌਕਾ ਦਿੰਦਾ ਹੈ। ਇਹ ਗੱਲ ਸੁਣ ਲਓ,
ਸੁਣ ਕੇ ਤੁਹਾਡਾ ਜੀਵਨ ਬਦਲ ਜਾਵੇਗਾ। ਜੌਹਰੀ ਨੇ ਉਸ ਲਾਲ ਨੂੰ ਉਠਾ ਕੇ ਕੀਮਤ ਪ੍ਰਾਪਤ ਕਰ ਲਈ, ਪਰ ਅਸੀਂ ਉੱਥੋਂ ਅਣਜਾਣ ਪਣੇ ਦੇ ਵਿੱਚ ਲੰਘ ਗਏ ਤੇ ਆਪਣਾ ਦਿੱਤਾ ਹੋਇਆ ਅਵਸਰ ਗਵਾ ਲਿਆ। ਇਸੇ ਤਰ੍ਹਾਂ ਹੀ ਹੁੰਦਾ ਹੈ। ਹਰ ਰੋਜ਼ ਹੀ ਵੰਡਣ ਵਾਲਾ ਵੰਡਦਾ ਹੈ, ਲੈਣ ਵਾਲਾ ਅਵੇਸਲਾ ਹੋ ਜਾਂਦਾ ਹੈ। ਅੰਮ੍ਰਿਤ ਦਾ ਮੀਂਹ ਪਹਾੜਾਂ ਉੱਤੇ ਵੀ ਪੈਂਦਾ ਹੈ, ਡੂੰਘੇ ਟੋਇਆਂ ਦੇ ਵਿੱਚ ਵੀ ਪੈਂਦਾ ਹੈ, ਨੀਵੀਆਂ ਖਾਈਆਂ ਦੇ ਵਿੱਚ ਵੀ ਪੈਂਦਾ ਹੈ। ਹੰਕਾਰ ਕਾਰਨ ਪਹਾੜ ਪਾਣੀ ਦੀ ਪਰਵਾਹ ਨਹੀਂ ਕਰਦੇ ਕਿ ਅਸੀਂ ਉੱਚੇ ਹਾਂ, ਅਸੀਂ ਕੀ ਲੈਣਾ ਹੈ, ਅਸੀਂ ਵੱਡੇ ਹਾਂ, ਸਾਨੂੰ ਕੀ ਪਰਵਾਹ ਹੈ। ਪਰ ਨਦੀਆਂ ਨੀਵੀਆਂ ਇੰਤਜ਼ਾਰ ਕਰ ਰਹੀਆਂ ਹਨ ਕਿ ਕਦੋਂ ਉਹ ਪਾਣੀ ਆਵੇ ਤੇ ਕਦੋਂ ਅਸੀਂ ਠੁਮਕ ਠੁਮਕ ਤੁਰੀਏ। ਹੌਲੀ ਹੌਲੀ ਧੀਮੀ ਧੀਮੀ ਚੱਲ ਚੱਲ ਕੇ ਸ਼ੌ ਦੇ ਸਾਗਰ ਦੇ ਦਰਸ਼ਨ ਕਰੀਏ। ਸਮਾਂ ਅਵਸਰ ਪਹਾੜ ਨੂੰ ਬਰਾਬਰ ਮਿਲਿਆ, ਨਦੀ ਨੇ ਨੀਵੀਂ ਹੋ ਕੇ ਉਹਨੂੰ ਪਾ ਲਿਆ। ਸਮਾਂ ਰਾਹੀ ਨੂੰ ਮਿਲਿਆ, ਆਪਣੇ ਹੰਕਾਰ ਆਪਣੀ ਅਕਲ 'ਚ ਅੱਗੇ ਲੰਘ ਗਿਆ। ਜੌਹਰੀ ਨੇ ਸਰਾਫ ਨੇ ਹੀਰਾ ਪ੍ਰਾਪਤ ਕਰ ਲਿਆ। ਇਹ ਹਰ ਰੋਜ਼ ਹੀ ਹੁੰਦਾ ਹੈ। ਜਿਹੜੇ ਸਾਧ ਲੋਕ ਹਨ, ਦਾਸ ਲੋਕ ਹਨ, ਨਿਮਾਣੇ ਨਿਤਾਣੇ ਹਨ, ਉਹ ਪ੍ਰਾਪਤ ਕਰ ਲੈਂਦੇ ਹਨ, ਉਹਦਾ ਰੂਪ ਬਣ ਜਾਂਦੇ ਹਨ। ਬਖਸ਼ਿਸ਼ ਸਹਾਇਤਾ ਕਰਨ ਦੇ ਸਮਰੱਥ ਹੋ ਜਾਂਦੇ ਹਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਕਿਰਪਾ ਅਪਾਰ ਕਰਦੇ ਹਨ। ਉੱਤਮ ਸ਼ਲੋਕ ਸਾਧ ਕੇ ਬਚਨ, ਅਮਲੀਕ ਲਾਲ ਏ ਰਤਨ। ਸ਼ਲੋਕ ਅਸੀਂ ਸਾਰਾ ਦਿਨ ਗੱਲਾਂ ਕਰਦੇ ਹਾਂ, ਗੁਫ਼ਤਗੂ ਕਰਦੇ ਹਾਂ, ਮਿਲਦੇ ਹਾਂ, ਸੁਣਦੇ ਹਾਂ, ਦੱਸਦੇ ਹਾਂ। ਕੋਈ ਸਾਡੇ ਉਹਨਾਂ ਬੋਲਾਂ ਨੂੰ ਸ਼ਲੋਕ ਨਹੀਂ ਕਹਿ ਸਕਦਾ। ਬਹੁਤ ਬਹੁਤ ਵੱਡੇ ਲੈਕਚਰ ਹੁੰਦੇ ਹਨ, ਟੀਵੀ ਉੱਤੇ, ਰੇਡੀਓ ਦੇ ਉੱਤੇ ਨੁਸਖੇ ਦੱਸੇ ਹਨ। ਕਦੇ ਕਿਸੇ ਨੇ ਉਹਨਾਂ ਨੂੰ ਸ਼ਲੋਕ ਨਹੀਂ ਕਿਹਾ, ਕਹਿ ਵੀ ਨਹੀਂ ਸਕਦੇ। ਪ੍ਰਭੂ ਦਾ ਨਾਮ, ਪ੍ਰਭੂ ਦਾ ਵਿਚਾਰ, ਇਸ ਭਵਜਲ ਸਾਗਰ 'ਚੋਂ ਤਰਨ ਦੇ ਪ੍ਰਵਚਨ ਹੀ ਸ਼ਲੋਕ ਹੋ ਸਕਦੇ ਹਨ। ਸਾਧੂ ਜੀ ਨੇ ਪ੍ਰਾਪਤੀ ਕੀਤੀ ਹੈ, ਉਹਦਾ ਮੁੱਖ ਅਕੀਦਾ ਪ੍ਰਭੂ ਹੀ ਰਹਿ ਗਿਆ। ਉਹਨੇ ਸਾਰਾ ਕੁਝ ਛੱਡ ਦਿੱਤਾ। ਉਹਨੂੰ ਇਹ ਪਤਾ ਚੱਲ ਗਿਆ ਕਿ ਬਾਕੀ ਸਾਰੇ ਰਿਸ਼ਤੇ ਝੂਠੇ ਹਨ, ਕੱਚੇ ਹਨ, ਪਿੱਲੇ ਹਨ। ਸਾਧੂ ਦਾ ਅਸਲੀ ਰਿਸ਼ਤਾ ਪ੍ਰਭੂ ਦਾ ਰਿਸ਼ਤਾ ਹੀ ਰਹਿ ਗਿਆ। 24 ਘੰਟੇ ਪ੍ਰਭੂ ਦਾ ਸਿਮਰਨ, ਪ੍ਰਭੂ ਵੱਲ ਧਿਆਨ, ਦੂਸਰੇ ਪਾਸੇ ਪ੍ਰਭੂ ਦਾ ਹੱਥ, 24 ਘੰਟੇ ਆਪਣੇ ਪਿਆਰੇ ਦੇ ਨਾਲ। ਦੋਨਾਂ ਦਾ ਇੱਕ ਮਿਕ ਹੋ ਜਾਣਾ। ਜੋ ਵੀ ਸਾਧੂ ਨੇ ਪ੍ਰਵਚਨ ਕਹੇ ਉਹ ਸ੍ਰੇਸ਼ਟ ਹਨ, ਕੀਮਤੀ ਹਨ। ਉਹਨਾਂ ਦੀ ਮੰਡੀ ਦੇ ਵਿੱਚ ਕੋਈ ਕੀਮਤ ਲਗਾ ਹੀ ਨਹੀਂ ਸਕਦਾ। ਪ੍ਰਭੂ ਦੇ ਪ੍ਰਵਚਨ ਹਨ, ਸਾਧੂ ਦੇ ਬਚਨ ਹਨ। ਦੋਨਾਂ ਦੇ ਵਿੱਚ ਭੇਦ ਕੋਈ ਵੀ ਨਹੀਂ ਹੈ। ਅਮਲੀਕ ਅਮੋਲਕ ਹਨ, ਲਾਲ ਇਹ ਹੀਰੇ ਜਵਾਹਰਾਤ।
ਅਮਲੀਕ ਲਾਲ ਇਹ ਰਤਨ, ਇਨਸਾਨ ਸਭ ਤੋਂ ਕੀਮਤੀ ਉਹਨਾਂ ਪੱਥਰਾਂ ਨੂੰ ਸਮਝਦਾ ਹੈ ਜਿਨ੍ਹਾਂ ਦੀ ਚਮਕ ਜ਼ਿਆਦਾ ਹੋਵੇ। ਅੰਧੇਰੇ ਦੇ ਵਿੱਚ ਵੀ ਚਮਕਣ, ਥੋੜ੍ਹੀ ਜਿਹੀ ਰੋਸ਼ਨੀ ਪੈ ਜਾਵੇ, ਕਮਰੇ ਨੂੰ, ਹਨੇਰੇ ਨੂੰ ਦਗਾ ਦੇਣ। ਇਹ ਸਿਫਤ ਹੈ ਉਹਨਾਂ ਪੱਥਰਾਂ ਦੀ, ਉਹਨਾਂ ਹੀਰਿਆਂ ਦੀ, ਉਹਨਾਂ ਜਵਾਹਰਾਤਾਂ ਦੀ। ਸਾਧੂ ਦੇ ਬਚਨ ਕੀਮਤ ਕੋਈ ਲਗਾ ਨਹੀਂ ਸਕਦਾ। ਅਮਲੀਕ ਹਨ, ਰਤਨ ਹਨ, ਹੀਰੇ ਹਨ, ਜਵਾਹਰਾਤ ਹਨ। ਸੁਨਤ ਕਮਾਵਤ ਹੋਤ ਆਧਾਰ। ਜੇ ਕੋਈ ਉਹਨਾਂ ਨੂੰ ਸੁਣਦਾ ਹੈ, ਫਿਰ ਉਹਦੇ ਉੱਤੇ ਅਮਲ ਕਰਦਾ ਹੈ, ਪ੍ਰਭੂ ਦੇ ਪ੍ਰਵਚਨ ਸੁਣਦਾ ਹੈ, ਉਹਦੇ ਪਿਆਰੇ ਦੇ ਬਚਨਾਂ ਉੱਤੇ ਅਮਲ ਕਰਦਾ ਹੈ, ਤਾਂ ਉਹ ਤਰ ਜਾਂਦਾ ਹੈ, ਉਹਦਾ ਆਧਾਰ ਹੋ ਜਾਂਦਾ ਹੈ, ਉਹ ਬਚ ਜਾਂਦਾ ਹੈ, ਉਹ ਕਮਾਈ ਕਰ ਲੈਂਦਾ ਹੈ ਤੇ ਆਪਣਾ ਮਾਇਆ ਤੋਂ ਛੁਟਕਾਰਾ ਪ੍ਰਾਪਤ ਕਰ ਲੈਂਦਾ ਹੈ। ਆਪ ਤਰੇ ਲੋਕੈ ਨਿਸਤਾਰ। ਆਪ ਤਾਂ ਉਹ ਤਰਦਾ ਹੀ ਹੈ, ਫਿਰ ਉਹ ਵੰਡਦਾ ਹੈ। ਵੰਡ ਵੰਡ ਕੇ ਲੁਕਾਈ ਨੂੰ ਤਾਰਦਾ ਹੈ। ਬਹੁਤ ਸਾਰੇ ਲੋਕ ਵੇਅਰ ਹਾਊਸਾਂ, ਸਟੋਰਾਂ ਦੇ ਵਿੱਚ ਨੌਕਰੀ ਕਰਦੇ ਹਨ। ਬਹੁਤ ਸਾਰਿਆਂ ਨੇ ਨੌਕਰੀ ਕੀਤੀ ਹੈ, ਤੋਲਣ ਦੀ, ਵੇਚਣ ਦੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੋਦੀਖਾਨੇ ਵਿੱਚ ਇਸ ਤਰ੍ਹਾਂ ਦੀ ਨੌਕਰੀ ਕੀਤੀ, ਸੌਦਾ ਵੇਚਣ ਦੀ। ਟਿਫੀਕਲ ਗਰੋਸਰੀ ਸਟੋਰ, ਦੌਲਤ ਖਾਂ ਦਾ ਮੋਦੀਖਾਨਾ। ਮੋਦੀ ਗੁਰੂ ਨਾਨਕ ਤੋਲਦਾ ਹੈ, ਹਰ ਰੋਜ਼ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਨਾਨਕ ਨਿਰੰਕਾਰੀ ਨਿਰੰਕਾਰ ਨੂੰ ਸਿਮਰਦਾ ਹੈ, ਹਰ ਰੋਜ਼ ਸੇਵਾ ਕਰਦਾ ਹੈ ਲੋਕਾਈ ਦੀ, ਤੇ ਆਪਣੀ ਰੋਜੀ ਰੋਟੀ ਕਮਾਉਂਦਾ ਹੈ। ਇੱਕ ਦਿਨ ਅਚਾਨਕ ਗੇਹੂੰ ਦੇ ਦਾਣਿਆਂ ਨੂੰ ਤੋਲ ਰਿਹਾ ਹੈ, ਕਣਕ ਦੇ ਦਾਣਿਆਂ ਨੂੰ। ਨਾਨਕ ਅੱਗੇ ਪੱਲਾ ਪਕੜੀ, ਗਾਹਕ ਅਣਭੋਲ ਪੱਲਾ ਤਿਆਰ ਕਰੀ ਬੈਠਾ ਹੈ ਕਿ ਮੋਦੀ ਤੱਕੜੀ ਤੋਲੇਗਾ ਤੇ ਮੇਰੇ ਪੱਲੇ ਵਿੱਚ ਪਾ ਦੇਵੇਗਾ। ਨਾਨਕ ਗਿਣਦਾ ਗਿਆ, 1 2 3 4 6 7 9 10 11 12 13 13 ਤੇ ਆ ਕੇ ਰੁਕ ਗਿਆ। 13 ਤੇ ਆ ਕੇ ਖਲੋ ਗਿਆ ਕਿ ਸਭ ਕੁਝ ਤੇਰਾ ਹੈ। ਗੇਹੂੰ ਪੱਲੇ ਦੇ ਵਿੱਚ ਪਾ ਦਿੱਤੀ, ਗਰੀਬ ਪ੍ਰਾਣੀ ਦੇ ਉਹ ਘਰ ਨੂੰ ਲੈ ਕੇ ਤੁਰ ਗਿਆ। ਪਰ ਨਾਨਕ ਨੇ ਨੌਕਰੀ ਛੱਡ ਦਿੱਤੀ ਕਿ ਹੁਣ ਮੈਂ ਕਿਸੇ ਦੀ ਨੌਕਰੀ ਨਹੀਂ ਕਰਨੀ। ਮੇਰੀ ਜੌਬ ਹੈ ਜਿਹੜੀ, ਉਹ ਪ੍ਰਭੂ ਦੀ ਜੌਬ, ਨਿਰੰਕਾਰ ਦੇ ਲਈ। 13 13 13 13 ਆਧਾਰ ਕਰਨ ਦੇ ਲਈ, ਦੁਨੀਆ ਨੂੰ ਵੰਡਣ ਦੇ ਲਈ। ਅੱਜ 13 13 ਇੰਨਾ ਵੰਡ ਦਿੱਤਾ ਗੁਰੂ ਨਾਨਕ ਨੇ, ਬਾਬੇ ਨਾਨਕ ਨੇ, ਕਿ ਦੁਨੀਆ ਸੁਣ ਕੇ ਹੈਰਾਨ ਹੋ ਜਾਂਦੀ ਹੈ। ਇਹ 13 13 ਵਾਲੇ ਕੌਣ ਹਨ? ਇਹ ਲੰਗਰ ਵਾਲੇ ਕੌਣ ਹਨ? ਇਹ ਭੁੱਖਿਆਂ ਨੂੰ ਕੌਣ ਖਵਾ ਰਹੇ ਹਨ? ਸੁਣਤ ਕਮਾਵਤ ਹੋਤ ਆਧਾਰ। ਆਪ ਤਰੇ ਲੋਕੈ ਨਿਸਤਾਰ। ਗੁਰੂ ਨਾਨਕ ਨੇ ਕਮਾ ਲਿਆ ਸੁਣ ਕੇ, ਆਪ ਆਧਾਰ ਹੋ ਗਿਆ, ਆਪ ਤਰ ਗਏ ਤੇ ਦੁਨੀਆ ਨੂੰ ਤਾਰ ਦਿੱਤਾ।
ਤਾਰਿਆਂ ਨੂੰ ਕਦੇ ਨਾ ਕਦੇ ਗਿਣਿਆ ਜਾ ਸਕਦਾ ਹੈ। ਆਕਾਸ਼ ਦੇ ਵਿੱਚ ਤਾਰੇ ਸਾਇੰਸ ਵਿਗਿਆਨ ਕਦੇ ਗਿਣ ਲਵੇਗੀ, ਪਰ ਗੁਰੂ ਨਾਨਕ ਦੇ ਤਰੇ ਹੋਏ ਇਨਸਾਨ ਗਿਣੇ ਨਹੀਂ ਜਾ ਸਕਦੇ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਸਫਲ ਜੀਵਨ ਹੈ ਉਸ ਪ੍ਰਾਣੀ ਦਾ ਜਿਹਨੂੰ ਸਾਧੂਆਂ ਦੀ ਸੰਗਤ ਮਿਲ ਗਈ, ਜਿਹਨੂੰ ਗੁਰੂ ਦੇ ਪਿਆਰਿਆਂ ਦਾ ਸਾਥ ਮਿਲ ਗਿਆ। ਲਾਭਦਾਇਕ ਸੰਗਤ ਉਹਨਾਂ ਦੀ ਜਿਨ੍ਹਾਂ ਨੂੰ ਪ੍ਰਭੂ ਦਾ ਰੰਗ ਲੱਗਿਆ ਹੋਇਆ ਹੈ। ਸਵੇਰ ਸ਼ਾਮ ਘਰ ਦੇ ਵਿੱਚ ਹਰ ਚੀਜ਼ ਸਿੰਬਲ ਪ੍ਰਭੂ ਦੇ ਨਾਲ ਸੰਬੰਧਿਤ ਹੈ। ਜਿੱਧਰ ਦੇਖਦੇ ਹਨ ਦਾਤਾ ਨਜ਼ਰ ਆਉਂਦਾ ਹੈ। ਰੰਗ ਦੇ ਵਿੱਚ ਰੰਗੇ ਹੋਏ ਹਨ, ਮਸਤ ਹਨ, ਆਨੰਦ ਪ੍ਰਾਪਤ ਕਰ ਲਿਆ, ਜੀਵਨ ਨੂੰ ਸਫਲ ਬਣਾ ਲਿਆ ਸਤ ਸੰਗੀਆਂ ਨੇ। ਪ੍ਰਭੂ ਦਾ ਰੰਗ ਮਜੀਠਾ ਰੰਗ ਚੜ੍ਹ ਗਿਆ, ਜਿਹੜਾ ਕਦੇ ਵੀ ਉਤਰਦਾ ਨਹੀਂ ਹੈ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ। ਸ਼ਾਬਾਸ਼ ਸ਼ਾਬਾਸ਼ ਉਸ ਨੂੰ ਜਿਸ ਲਈ ਸਵਰਗ ਦੇ ਵਿੱਚ ਕੀਰਤਨ ਹੋ ਰਿਹਾ ਹੈ, ਵੈਕੁੰਠੀ ਧੁਨ ਵੱਜ ਰਹੀ ਹੈ। ਜੈ ਜੈਕਾਰ ਉਸ ਪ੍ਰਭੂ ਦੀ ਜਿਹਦੇ ਲਈ ਇਹ ਧੁਨ ਵੱਜ ਰਹੀ ਹੈ, ਜਿਹਦੀ ਸਿਫਤ ਸਲਾਹ ਦੇ ਲਈ ਇਹ ਕੀਰਤਨ ਹੋ ਰਿਹਾ ਹੈ। ਪ੍ਰਭੂ ਦੇ ਪਿਆਰੇ ਅੱਖਾਂ ਮੁੰਦ ਕਰਕੇ ਚੱਪ ਮਾਰ ਕੇ ਬੈਠੇ ਕਿਸੇ ਹੋਰ ਦੇਸ਼ ਦੇ ਵਿੱਚ ਪਹੁੰਚੇ ਹੋਏ ਹਨ। ਚੁੱਪਚਾਪ ਬਿਲਕੁਲ ਸਾਇਲੈਂਸ ਪ੍ਰਭੂ ਦੇ ਦਰਸ਼ਨ ਕਰ ਰਹੇ ਹਨ। ਸੁਨ ਸੁਨ ਆਨੰਦ ਕਰੇ ਪ੍ਰਭ ਗਾਜੇ। ਪ੍ਰਭੂ ਸੱਚੇ ਪਾਤਸ਼ਾਹ ਦਾ ਕੀਰਤਨ ਇਨਸਾਨ ਸੁਣ ਸੁਣ ਕੇ ਉਸ ਆਨੰਦ ਦੇ ਵਿੱਚ ਚਲਾ ਜਾਂਦਾ ਹੈ, ਜਿਹੜਾ ਦੁਨੀਆ ਦੇ ਵਿੱਚ ਪ੍ਰਾਪਤ ਨਹੀਂ ਹੋ ਸਕਦਾ। ਪ੍ਰਭੂ ਦੀ ਭਗਤੀ ਦੇ ਵਿੱਚ ਹੀ ਹੈ, ਪ੍ਰਭੂ ਦੀ ਗੀਤ ਗਾਉਣ ਦੇ ਵਿੱਚ ਹੀ ਹੈ। ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ। ਪ੍ਰਭੂ ਦੀ ਕੀਰਤੀ ਨੂੰ ਸੁਣ ਸੁਣ ਕੇ ਉਹ ਪਿਆਰਾ ਆਨੰਦ ਦੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ। ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ, ਨਾਨਕ ਉਦਰੇ ਤਿੰਨ ਕੈ ਸਾਥੇ। ਪ੍ਰਗਟੇ ਗੋਪਾਲ ਪ੍ਰਭੂ ਪ੍ਰਗਟ ਕਿਵੇਂ ਹੁੰਦਾ ਹੈ, ਪ੍ਰਭੂ ਜ਼ਾਹਰ ਕਿਵੇਂ ਹੁੰਦਾ ਹੈ। ਕਹਿੰਦੇ ਹਨ ਕਿ ਪ੍ਰਭੂ ਦਿਸਦਾ ਨਹੀਂ ਹੈ, ਉਹਦਾ ਕੋਈ ਆਕਾਰ ਨਹੀਂ ਹੈ, ਉਹਦੀ ਕੋਈ ਸ਼ਕਲ ਨਹੀਂ ਹੈ, ਪਰ ਉਹ ਬੇਅੰਤ ਸ਼ਕਲਾਂ ਬਣਾ ਸਕਦਾ ਹੈ। ਆਪਣੇ ਪਿਆਰਿਆਂ ਨੂੰ ਪਿਆਰ ਕਰਦਾ ਹੈ, ਕੰਨ ਬਣਾਉਣ ਦੇ ਸਮਰੱਥ ਹੈ, ਅੱਖਾਂ ਸਿਰਜਦਾ ਹੈ, ਵੱਖਰੇ ਵੱਖਰੇ ਚਿਹਰਿਆਂ ਦਾ ਘਾੜਤੂ ਹੈ। ਉਸ ਪ੍ਰਭੂ ਸੱਚੇ ਪਾਤਸ਼ਾਹ ਦਾ ਪ੍ਰਗਟ ਹੋਣਾ ਆਪਣੇ ਪਿਆਰਿਆਂ ਦੇ ਮੱਥੇ ਉੱਤੇ ਹੈ। ਮਸਤਕ ਦੇ ਉੱਤੇ, ਭਗਤ ਦੇ ਮੱਥੇ ਦੇ ਉੱਤੇ ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਜ਼ਾਹਰ ਕਰ ਦਿੰਦਾ ਹੈ ਆਪਣੇ ਆਪ ਨੂੰ। ਉਹਨਾਂ ਦਾ ਸਾਥ ਜਿਨ੍ਹਾਂ ਦੇ ਮੱਥੇ ਉੱਤੇ ਪ੍ਰਭੂ ਪ੍ਰਗਟ ਹੁੰਦਾ ਹੈ, ਚਾਹੇ ਉਹ ਧੰਨਾ ਹੋਵੇ, ਧਰੂ ਹੋਵੇ, ਪ੍ਰਹਲਾਦ ਹੋਵੇ, ਕਬੀਰ ਹੋਵੇ, ਨਾਮਦੇਵ ਹੋਵੇ, ਭਗਤ ਰਵਿਦਾਸ ਹੋਵੇ, ਸਾਰਿਆਂ ਦੇ ਮੱਥੇ ਦੇ ਉੱਤੇ ਬੇਗਿਣਤ ਹਨ ਭਗਤ,
ਸਾਰਿਆਂ ਦੇ ਨਾਂ ਲੈ ਹੀ ਨਹੀਂ ਜਾ ਸਕਦੇ। ਸਾਰਿਆਂ ਦੇ ਮੱਥੇ ਦੇ ਉੱਤੇ ਪ੍ਰੀਤਮ ਪਿਆਰਾ ਪ੍ਰਗਟ ਹੋ ਗਿਆ। ਉਹਨਾਂ ਦਾ ਸਾਥ ਹੇ ਨਾਨਕ ਜੇ ਮਿਲ ਜਾਵੇ ਤਾਂ ਪਾਰ ਹੋ ਜਾਵੇਗੀ ਇਹ ਦੁਨੀਆ ਦਾ, ਇਹ ਮਾਇਆ ਦਾ ਜਿਹੜਾ ਭਵਜਲ ਸਾਗਰ ਹੈ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਉੱਤਮ ਸ਼ਲੋਕ ਸਾਧ ਕੇ ਬਚਨ। The saints' words are the sublime hymns. They are great conversation of sadhu. Guru's servant is priceless. Amalik Lal A Ratan. They are more valuable even than the jewels, rubies. You cannot compare them with gems, but these are invaluable, rubies and gems. Sunt kamavat hot adhar. He who hear them and acts thereon is saved. Aap tare loke nastar. He swims, he goes across himself, no doubt, but his duty is to make other people take them across. Safal जीवन सफलता का संग. Fruitful is the life and profitable is the company of saints. सफल जीवन सफलता का संग, जाके मन लागा हर रंग. Whose heart is touched with God's color, and now he is the symbol of God, shadow of God. जय जय शब्द अनाहद वाजय. Halt unto him for whom the cluster music plays. Halt. सुन सुन आनंद करे प्रभ गाजे. He continuously hear it and makes merry and proclaims Lord's praise. Pargate Gopal Mahat ke mathe. The Lord manifests himself on the brow of the pious persons. Nanak udre tin ke sathe. Nanak is saved in their company. Nanak is blessed having company of sadhus, saints, slaves of God. ਗੁਰੂ ਪਿਆਰਿਓ, ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਾਧੂ ਦੀ ਉਪਮਾ ਅਪਾਰ ਕੀਤੀ ਹੈ। ਸਾਧੂ ਦੇ ਬਚਨ, ਸਾਧੂ ਦਾ ਸਰੂਪ, ਸਾਧੂ ਦਾ ਸੰਗ ਵਡਮੁੱਲਾ ਹੈ। ਜਿਹਨੂੰ ਇਹ ਪ੍ਰਾਪਤ ਹੋ ਜਾਂਦਾ ਹੈ ਉਹ ਤਰ ਜਾਂਦਾ ਹੈ। ਜਿਹਦੇ ਉੱਤੇ ਇਹ ਕਿਰਪਾ ਹੋ ਜਾਂਦੀ ਹੈ ਕਿ ਉਹਨੂੰ ਉਹਦਾ ਪਿਆਰਾ ਮਿਲ ਜਾਂਦਾ ਹੈ, ਉਹਦਾ ਜੀਵਨ ਮਰਨ ਕੱਟਿਆ ਜਾਂਦਾ ਹੈ। 84 ਲੱਖ ਜੂਨ ਦੇ ਵਿੱਚੋਂ ਛੁਟਕਾਰਾ ਹੋ ਜਾਂਦਾ ਹੈ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਸਾਧੂ ਦੇ ਬਚਨ ਪ੍ਰਵਚਨ ਬਣ ਜਾਂਦੇ ਹਨ। ਹੀਰਿਆਂ ਜਵਾਹਰਾਤਾਂ ਨੂੰ, ਜਿਨ੍ਹਾਂ ਨੂੰ ਦੁਨੀਆ ਬਹੁਤ ਕੀਮਤੀ ਸਮਝਦੀ ਹੈ,
ਉਹਨਾਂ ਦੀ ਕੀਮਤ ਉਹਨਾਂ ਨਾਲੋਂ ਵੀ ਵੱਧ ਹੋ ਜਾਂਦੀ ਹੈ, ਵਡਮੁੱਲੇ ਬਣ ਜਾਂਦੇ ਹਨ। ਉਹਨਾਂ ਦੀ ਕੀਮਤ ਕੋਈ ਲਗਾ ਹੀ ਨਹੀਂ ਸਕਦਾ। ਸਾਧੂ ਦੇ ਪ੍ਰਵਚਨਾਂ ਦੀ ਜਿਹਨੇ ਸੁਣ ਲੈ ਉਹਨੇ ਪਾ ਲਿਆ, ਜਿਹਨੇ ਕਮਾ ਲੈ ਉਹਨੇ ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ ਦੇ ਵਿੱਚ ਸਜਾ ਲਿਆ। ਮੁੜ ਕੇ ਉਹਨੂੰ ਜਨਮ ਮਰਨ ਨਹੀਂ ਮਿਲਿਆ, ਤਰ ਗਿਆ। ਆਪ ਤਰੇ ਲੋਕੈ ਨਸਤਾਰ, ਆਪ ਤਾਂ ਉਹ ਤਰੇ ਹੀ ਗਿਆ। ਜਿਨਨੇ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਧਿਆ ਲਿਆ, ਮਿਹਨਤ ਕਰ ਲਈ, ਮਸ਼ੱਕਤ ਕਰ ਲਈ, ਉਹਨਾਂ ਨੇ ਪ੍ਰਭੂ ਨੂੰ ਪਾ ਲਿਆ। ਕੱਲਾ ਪਾਇਆ ਹੀ ਨਹੀਂ, ਕੀਤੀ ਛੁੱਟੀ ਨਾਲ। ਕਰੋੜਾਂ ਗਿਣਤੀ ਗਿਣੀ ਨਹੀਂ ਜਾ ਸਕਦੀ ਜਿਹੜੇ ਉਹਨਾਂ ਕਰਕੇ ਤਰ ਗਏ, ਉਹਨਾਂ ਦੀ ਕਿਰਪਾ ਨਾਲ ਤਰ ਗਏ। ਉਹਨਾਂ ਦਾ ਜੀਵਨ ਸਫਲ ਹੋ ਗਿਆ। ਸੰਗ ਕੀਤਾ ਸਾਧੂਆਂ ਦਾ, ਪਹੁੰਚੇ ਹੋਇਆਂ ਦਾ, ਤੇ ਉਹਨਾਂ ਨੂੰ ਪ੍ਰਾਪਤੀ ਮਿਲ ਗਈ ਜੀਵਨ ਦੀ। ਜਨਮ ਮਰਨ ਕੱਟ ਆਫ ਹੋ ਗਿਆ। ਉਹਨਾਂ ਨੂੰ ਰੰਗ ਮਸਤਾਨਾ ਚੜ੍ਹ ਗਿਆ, ਜਿਹਨੂੰ ਮਜੀਠਾ ਰੰਗ ਕਿਹਾ ਜਾਂਦਾ ਹੈ। ਕਦੇ ਉਤਰਦਾ ਨਹੀਂ। ਪੁਰਾਣੇ ਸਮਿਆਂ ਦੇ ਵਿੱਚ ਲੱਲਾਰੀ ਲੋਕ ਨਵੇਂ ਕੱਪੜੇ ਨੂੰ ਰੰਗ ਕਰ ਦਿੰਦੇ ਸਨ। ਰੰਗ ਕਰਵਾਉਣ ਵਾਲੇ ਅਕਸਰ ਬੇਨਤੀ ਕਰਦੇ ਸਨ ਕਿ ਭਾਈ ਧੋਣ ਵੇਲੇ ਇਹ ਰੰਗ ਉਤਰ ਨਾ ਜਾਵੇ, ਕੱਚਾ ਰੰਗ ਨਾ ਕਰੀ, ਇਹ ਤਾਂ ਘੁਲ ਕੇ ਲੈ ਜਾਵੇਗਾ, ਰੰਗ ਪੱਕਾ ਕਰ ਦਈ। ਤਾਂ ਲਲਾਰੀ ਬੇਨਤੀ ਕਰਦਾ ਕਿ ਕੱਪੜਾ ਪਾਟ ਜਾਵੇਗਾ, ਇਹ ਮਜੀਠਾ ਰੰਗ ਹੈ, ਕਦੇ ਉਤਰੇਗਾ ਨਹੀਂ। ਇਸੇ ਤਰ੍ਹਾਂ ਸਾਧੂਆਂ ਦਾ ਬਚਨ, ਮਹਾਂਪੁਰਸ਼ਾਂ ਦਾ ਪ੍ਰਵਚਨ, ਜਿਹਨੇ ਕਮਾ ਲਿਆ ਉਹਨੇ ਪ੍ਰਭੂ ਨੂੰ ਪਾ ਲਿਆ। ਪ੍ਰਭੂ ਨੂੰ ਪਾ ਕੇ ਆਪਣਾ ਜੀਵਨ ਤਾਂ ਸਫਲ ਬਣਾ ਲਿਆ ਤੇ ਕਰੋੜਾਂ ਨੂੰ ਹੋਰ ਤਾਰ ਦਿੱਤਾ। ਆਪਣਾ ਜੀਵਨ ਵਡਮੁੱਲਾ ਤੇ ਆਪਣਾ ਮਜੀਠਾ ਰੰਗ, ਮਸਤੀ ਦਾ ਰੰਗ, ਖਮਾਰੀ 24 ਘੰਟੇ। ਤੇ ਉਹਨੂੰ ਜਿਹੜਾ ਅਨਹਤ ਸ਼ਬਦ ਬਜੰਤ ਭੇਰੀ ਹੈ, ਜਿਹੜਾ ਪ੍ਰਭੂ ਦੇ ਦਰਬਾਰ ਦੇ ਵਿੱਚ 24 ਘੰਟੇ ਗੂੰਜਦਾ ਹੈ, ਪ੍ਰਭੂ ਦੇ ਪਿਆਰੇ ਉਹਨੂੰ ਇਸ ਧਰਤੀ ਉੱਤੇ ਵੀ ਸੁਣਦੇ ਹਨ। ਉਹ ਸੁਣਨ ਲੱਗ ਜਾਂਦਾ ਹੈ। ਜਿਹੜਾ ਪ੍ਰਭੂ ਦੇ ਦਰਬਾਰ ਦੇ ਵਿੱਚ ਵੱਜਦਾ ਹੈ, ਪ੍ਰਭੂ ਨੂੰ ਪ੍ਰਸੰਨ ਕਰਨ ਦੇ ਲਈ ਉਹਦੇ ਪਿਆਰੇ ਉਸ ਸ਼ਬਦ ਨੂੰ ਸੁਣ ਕੇ ਪ੍ਰਭੂ ਦੀ ਸਿਫਤ ਸਲਾਹ ਨੂੰ ਸੁਣਦੇ ਹਨ ਤੇ ਮੌਜਾਂ ਮਾਣਦੇ ਹਨ। ਪ੍ਰਭੂ ਪਿਆਰਾ, ਪ੍ਰੀਤਮ ਪਿਆਰਾ ਜ਼ਾਹਰ ਕਦੋਂ ਹੁੰਦਾ ਹੈ? ਜਦੋਂ ਉਹਨੂੰ ਕੋਈ ਆਪ ਦਾ ਪਿਆਰਾ ਬੁਲਾਉਂਦਾ ਹੈ, ਪਿਆਰਾ ਯਾਦ ਕਰਦਾ ਹੈ, ਉਹ ਬੌੜਦਾ ਹੈ ਤੇ ਉਹਦੇ ਮੱਥੇ ਦੇ ਉੱਤੇ ਪ੍ਰਗਟ ਜ਼ਾਹਰ ਹੋ ਜਾਂਦਾ ਹੈ। ਪਤਾ ਚੱਲ ਜਾਂਦਾ ਹੈ ਲੋਕਾਈ ਨੂੰ ਕਿ ਇਸ ਪ੍ਰਾਣੀ ਨੂੰ ਪ੍ਰਭੂ ਦੇ ਦਰਬਾਰ ਦੇ ਵਿੱਚ ਦਾਖਲਾ ਮਿਲ ਗਿਆ ਹੈ। ਇਹਦੀ ਖਮਾਰੀ ਝੱਲੀ ਨਹੀਂ ਜਾਂਦੀ, ਚਿਹਰੇ ਦਾ ਤੇਜ ਸਿਹਾ ਨਹੀਂ ਜਾਂਦਾ, ਮੱਥਾ ਚਮਕ ਉੱਠਿਆ ਹੈ। ਪ੍ਰਭੂ ਪ੍ਰਗਟ ਹੋ ਗਿਆ ਮਹਾਤ ਕੇ ਮਾਥੇ, ਨਾਨਕ ਉਦਰੇ ਤਿਨ ਕੇ ਸਾਥੇ। ਉਹਨਾਂ ਪਿਆਰਿਆਂ, ਉਹਨਾਂ ਦਲਾਰਿਆਂ ਦਾ ਸਾਥ ਮਿਲ ਗਿਆ ਨਾਨਕ ਨੂੰ। ਗਰੀਬ, ਨਿਮਰਤਾ, ਆਪਣੇ ਆਪ ਨੂੰ ਛੋਟਾ ਸਮਝਣਾ,
ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ ਵੰਡਿਆ ਹੈ। ਵੱਡਿਆਂ ਨਾਲ ਮੇਰੀ ਕਾਹਦੀ ਦੋਸਤੀ, ਉਹਨਾਂ ਨੇ ਕਿਹਾ ਹੈ। ਇੱਥੇ ਵੀ ਮਿਹਰ ਕਰਦੇ ਹਨ ਕਿ ਉਹਨਾਂ ਸਾਧੂਆਂ ਦਾ ਸੰਗ, ਉਹਨਾਂ ਪਿਆਰਿਆਂ ਦਾ ਸੰਗ ਮਿਲ ਗਿਆ ਤੇ ਨਾਨਕ ਤਰ ਗਿਆ। ਗੁਰੂ ਪਿਆਰਿਓ, ਅੱਜ ਇੰਨਾ ਹੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।